Hello everybody, myself Assistant Professor Harpreet Kaur from Krishna College of Higher Education, Rilli Bullada. Welcome back to Computer Network class, and our today's topic is networking and internetworking devices. Today I am going to tell you about the hub, repeater, bridge, router, gateway, switch. All the devices I am going to discuss with you. First of all, I'll tell you about the hub. ਹਬ ਕੀ ਹੁੰਦਾ ਬੇਟੇ? ਹਬ ਇੱਕ ਡਿਵਾਈਸ ਹੈ ਜਿਸ ਦੇ ਨਾਲ ਆਪਾਂ ਕਾਫੀ ਸਿਸਟਮਸ ਨੂੰ ਕਨੈਕਟ ਕਰ ਸਕਦੇ ਹਾਂ, ਮਤਲਬ ਕਨੈਕਟ ਕਰ ਸਕਦੇ ਹਾਂ। ਹਬ ਦੇ ਵਿੱਚ ਪੋਰਟ ਹੁੰਦੇ ਨੇ ਜਿਨ੍ਹਾਂ ਪੋਰਟਸ ਦੇ ਵਿੱਚ ਆਪਾਂ ਕੰਪਿਊਟਰਸ ਨੂੰ ਕਨੈਕਟ ਕਰ ਸਕਦੇ ਹੈਗੇ ਆ, ਜੋੜ ਸਕਦੇ ਹਾਂ। ਜਦੋਂ ਆਪਾਂ ਇੱਕ ਕੰਪਿਊਟਰ ਤੋਂ ਦੂਜੇ ਕੰਪਿਊਟਰ ਦੇ ਵਿੱਚ ਡਾਟਾ ਟਰਾਂਸਫਰ ਕਰਨਾ ਹੁੰਦਾ ਹੈਗਾ ਤਾਂ ਇਨ ਬਿਟਵੀਨ ਆਪਾਂ ਹਬ ਯੂਜ਼ ਕਰ ਸਕਦੇ ਹੈਗੇ ਆ ਉਹਨਾਂ ਸਿਸਟਮ ਦੇ ਵਿੱਚ ਕਮਿਊਨੀਕੇਸ਼ਨ ਐਸਟੈਬਲਿਸ਼ ਕਰਨ ਦੇ ਲਈ। ਹਬ ਦੇ ਨਾਲ ਜਦੋਂ ਆਪਾਂ ਕੰਪਿਊਟਰਸ ਨੂੰ ਕਨੈਕਟ ਕਰਦੇ ਹਾਂ ਤਾਂ ਵਿਦ ਦਾ ਹੈਲਪ ਆਫ ਵਾਇਰਸ ਵੀ ਆਪਾਂ ਕੰਪਿਊਟਰਸ ਨੂੰ ਕਨੈਕਟ ਕਰਦੇ ਹੈਗੇ ਆ। ਇਹਦੇ ਵਿੱਚ ਜਦੋਂ ਇੱਕ ਕੰਪਿਊਟਰ ਤੋਂ ਦੂਜੇ ਕੰਪਿਊਟਰ ਦੇ ਵਿੱਚ ਡਾਟਾ ਆਪਾਂ ਭੇਜਣਾ ਹੈਗਾ ਤਾਂ ਉਹ ਸਿੱਧਾ ਡਾਟਾ ਟਰਾਂਸਫਰ ਨਹੀਂ ਹੁੰਦਾ। ਉਸ ਕੰਪਿਊਟਰ ਤੋਂ ਡਾਟਾ ਪਹਿਲਾਂ ਤੁਹਾਡਾ ਹਬ ਕੋਲ ਜਾਏਗਾ, ਹਬ ਤੋਂ ਫਿਰ ਉਹ ਡਾਟਾ ਬਾਕੀ ਸਿਸਟਮਸ ਤੱਕ ਪਹੁੰਚੇਗਾ। ਬਟ ਹਬ ਇਜ਼ ਨਾਟ ਇੰਟੈਲੀਜੈਂਟ ਡਿਵਾਈਸ। ਹਬ ਇੰਟੈਲੀਜੈਂਟ ਡਿਵਾਈਸ ਕਿਉਂ ਨਹੀਂ ਹੈਗਾ? ਕਿਉਂਕਿ ਜਦੋਂ ਮੰਨ ਲਓ ਵੀ ਆਪਾਂ ਇੱਕ ਕੰਪਿਊਟਰ ਤੋਂ ਦੂਜੇ ਕੰਪਿਊਟਰ ਦੇ ਵਿੱਚ ਡਾਟਾ ਭੇਜਣਾ ਹੈਗਾ, ਇੱਕ IP ਐਡਰੈਸ ਤੋਂ ਦੂਜੇ IP ਐਡਰੈਸ ਦੇ ਉੱਤੇ ਡਾਟਾ ਤੁਸੀਂ ਸੈਂਡ ਕਰਨਾ ਹੈਗਾ, ਜਿਹੜਾ ਇਹ ਹਬ ਹੈਗਾ ਇਹ ਕੀ ਕਰਦਾ ਹੈਗਾ, ਜਦੋਂ ਇੱਕ ਸਿਸਟਮ ਤੋਂ ਡਾਟਾ ਉਹਦੇ ਕੋਲ ਆਇਆ ਤਾਂ ਇਹਨੇ ਉਹ ਡਾਟਾ ਸਾਰੇ ਸਿਸਟਮ ਨੂੰ ਬਰੋਡਕਾਸਟ ਕਰ ਦਿੰਦਾ, ਸਾਰੇ ਸਿਸਟਮ ਦੇ ਵਿੱਚ ਭੇਜ ਦਿੰਦਾ ਹੈਗਾ। ਇਸ ਕਰਕੇ ਇਸ ਨੂੰ ਕਿਹਾ ਜਾਂਦਾ ਕਿ ਇਹ ਇੰਟੈਲੀਜੈਂਟ ਡਿਵਾਈਸ ਨਹੀਂ ਹੈਗਾ, ਕਿਉਂਕਿ ਇਹ ਜਿਹੜੇ IP ਐਡਰੈਸ 'ਤੇ ਡਾਟਾ ਭੇਜਣਾ ਹੈਗਾ ਉਹ ਇਕੱਲੇ IP ਐਡਰੈਸ 'ਤੇ ਤਾਂ ਨਹੀਂ ਭੇਜਦਾ, ਸਾਰੇ ਸਿਸਟਮਸ ਨੂੰ ਡਾਟਾ ਇਹ ਫਾਰਵਰਡ ਕਰ ਦਿੰਦਾ ਹੈਗਾ। ਇਸ ਕਰਕੇ ਕਿਹਾ ਜਾਂਦਾ ਹੈਗਾ ਕਿ ਹਬ ਜਿਹੜਾ ਹੈਗਾ ਇਹ ਇੰਟੈਲੀਜੈਂਟ ਡਿਵਾਈਸ ਨਹੀਂ ਹੈਗਾ ਅਤੇ ਇਹ ਆਲਵੇਜ਼ ਬਰੋਡਕਾਸਟ ਕਰਦਾ ਹੈਗਾ, ਡਾਟਾ ਨੂੰ ਆਲਵੇਜ਼ ਸਾਰੇ ਸਿਸਟਮਸ ਨੂੰ ਭੇਜ ਦਿੰਦਾ ਹੈਗਾ। ਹੁਣ ਅੱਗੋਂ ਜਿਹੜੇ ਵੀ ਸਿਸਟਮ ਨੇ ਉਸ ਡਾਟਾ ਨੂੰ ਐਕਸੈਪਟ ਕਰਨਾ ਹੁੰਦਾ ਹੈ ਉਹ ਡਾਟਾ ਨੂੰ ਐਕਸੈਪਟ ਕਰ ਲੈਂਦਾ ਹੈਗਾ, ਜਿਹੜੇ ਸਿਸਟਮ ਨੇ ਡਾਟਾ ਨੂੰ ਇਗਨੋਰ ਕਰਨਾ ਹੁੰਦਾ ਹੈ ਉਹ ਡਾਟਾ ਨੂੰ ਇਗਨੋਰ ਵੀ ਕਰ ਦਿੰਦਾ ਹੈਗਾ। ਹਬ ਜਿਹੜਾ ਹੈਗਾ ਇਹ OSI ਮਾਡਲ ਦੀ ਫਸਟ ਲੇਅਰ ਦੇ ਉੱਤੇ ਕੰਮ ਕਰਦਾ ਹੈਗਾ। OSI ਮਾਡਲ ਬਾਰੇ ਆਪਾਂ ਨੈਕਸਟ ਲੈਕਚਰ ਦੇ ਵਿੱਚ ਡਿਸਕਸ ਕਰਾਂਗੇ। ਹਬ ਜਿਹੜਾ ਹੈਗਾ ਇਹ ਸਿਕਿਉਰਡ ਨਹੀਂ ਹੈ। ਕਿਉਂ ਸਿਕਿਉਰਡ ਨਹੀਂ ਹੈ? ਕਿਉਂਕਿ ਇਹਦੇ ਵਿੱਚ ਜਿੰਨਾ ਵੀ ਡਾਟਾ ਹੈਗਾ ਉਹ ਸਾਰੇ ਸਿਸਟਮਸ ਦੇ ਵਿੱਚ ਭੇਜਿਆ ਜਾ ਰਿਹਾ ਹੈਗਾ। ਇਸ ਕਰਕੇ ਕੋਈ ਵੀ ਹੈਕਰ ਡਾਟਾ ਨੂੰ ਹੈਕ ਕਰ ਸਕਦਾ ਹੈਗਾ ਜਾਂ ਮਿਸਯੂਜ਼ ਕਰ ਸਕਦਾ ਹੈ। ਇਸ ਕਰਕੇ ਇਸ ਨੂੰ ਕਿਹਾ ਜਾਂਦਾ ਹੈ ਕਿ ਇਹ ਇੱਕ ਸਿਕਿਉਰ ਡਿਵਾਈਸ ਨਹੀਂ ਹੈਗਾ। ਇਹ ਜਿਹੜਾ ਹੈਗਾ ਇਹ ਹਾਫ ਡਿਊਪਲੈਕਸ ਦੇ ਅਕੋਰਡਿੰਗ ਕੰਮ ਕਰਦਾ ਹੈ। ਵਾਟ ਇਜ਼ ਹਾਫ ਡਿਊਪਲੈਕਸ? ਹਾਫ ਡਿਊਪਲੈਕਸ ਦੇ ਵਿੱਚ ਕੀ ਹੁੰਦਾ ਬੱਚੇ, ਜਿਵੇਂ ਆਪਣੇ ਕੋਲ ਇੱਕ ਸੈਂਡਰ ਹੈ, ਇੱਕ ਰਿਸੀਵਰ ਹੈ। ਸੈਂਡਰ ਨੇ ਡਾਟਾ ਸੈਂਡ ਕਰਨਾ ਹੈ ਅਤੇ ਰਿਸੀਵਰ ਨੇ ਡਾਟਾ ਰਿਸੀਵ ਕਰਨਾ ਅਤੇ ਉਹਦਾ ਰਿਸਪੌਂਸ ਭੇਜਣਾ। ਤਾਂ ਇਹਦੇ ਵਿੱਚ ਕੀ ਹੁੰਦਾ ਹੈ ਹਾਫ ਡਿਊਪਲੈਕਸ ਦੇ ਵਿੱਚ, ਜਦੋਂ ਸੈਂਡਰ ਡਾਟਾ ਸੈਂਡ ਕਰਦਾ ਹੈਗਾ ਤਾਂ ਰਿਸੀਵਰ ਉਹਦੀ ਵੇਟ ਕਰ ਰਿਹਾ ਹੁੰਦਾ ਹੈਗਾ ਡਾਟਾ ਰਿਸੀਵ ਕਰਨ ਦੇ ਲਈ, ਅਤੇ ਜਦੋਂ ਰਿਸੀਵਰ ਡਾਟਾ ਸੈਂਡ ਕਰ ਰਿਹਾ, ਰਿਸੀਵਰ ਨੇ ਰਿਸਪੌਂਸ ਭੇਜਣਾ ਹੈਗਾ ਤਾਂ ਸੈਂਡਰ ਉਹਦੀ ਵੇਟ ਕਰ ਰਿਹਾ ਹੁੰਦਾ। ਮਤਲਬ ਆਪਾਂ ਡਾਟਾ ਟਰਾਂਸਮਿਟ ਤਾਂ ਕਰਦੇ ਹਾਂ ਬਟ ਨਾਟ ਸਾਈਮਲਟੇਨੀਅਸਲੀ, ਨਾਟ ਐਟ ਦ ਸੇਮ ਟਾਈਮ ਸੈਂਡਰ ਐਂਡ ਰਿਸੀਵਰ ਕਮਿਊਨੀਕੇਟ ਨਹੀਂ ਕਰ ਸਕਦੇ। ਪਹਿਲਾਂ ਇੱਕ ਜਣਾ ਡਾਟਾ ਸੈਂਡ ਕਰੇਗਾ, ਦੈਨ ਸੈਕਿੰਡ ਉਸਨੂੰ ਡਾਟਾ ਨੂੰ ਰਿਸਪੌਂਸ ਭੇਜੇਗਾ ਜਾਂ ਇਕਨੋਲੇਜਮੈਂਟ ਭੇਜੇਗਾ ਉਸ ਡਾਟਾ ਦੀ। ਮਤਲਬ ਇਕੱਠੇ ਦੋਨਾਂ ਦੀ ਕਮਿਊਨੀਕੇਸ਼ਨ ਐਸਟੈਬਲਿਸ਼ ਨਹੀਂ ਹੋ ਸਕਦੀ, 1 by 1 ਦੋਨੋਂ ਕਮਿਊਨੀਕੇਟ ਕਰ ਸਕਦੇ। ਅੱਛਾ, ਅਗਲੀ ਗੱਲ ਕਰੀਏ ਅਗਰ ਆਪਾਂ ਹਬ ਦੇ ਬਾਰੇ, ਤਾਂ ਹਬ ਦੀਆਂ 2 ਟਾਈਪਸ ਹੈ। ਫਸਟ ਇਜ਼ ਐਕਟਿਵ ਹਬ, ਸੈਕਿੰਡ ਇਜ਼ ਪੈਸਿਵ ਹਬ। ਜਿਹੜਾ ਐਕਟਿਵ ਹਬ ਹੈਗਾ ਇਹਦੇ ਵਿੱਚ ਕੀ ਹੁੰਦਾ ਹੈ ਕਿ ਸਿਗਨਲਸ ਨੂੰ ਇਹ ਐਂਪਲੀਫਾਈ ਕਰਦਾ ਅਤੇ ਰੀਜਨਰੇਟ ਕਰਦਾ ਹੈਗਾ। ਸਿਗਨਲਸ ਨੂੰ ਐਂਪਲੀਫਾਈ ਕਿਹਨਾਂ ਨੂੰ ਕਰਦਾ ਹੈਗਾ? ਐਨਾਲੌਗ ਸਿਗਨਲਸ ਨੂੰ ਐਂਪਲੀਫਾਈ ਕਰਦਾ ਹੈਗਾ। ਰੀਜਨਰੇਟ ਕਿਹਨਾਂ ਨੂੰ ਕਰਦਾ ਹੈਗਾ? ਡਿਜੀਟਲ ਸਿਗਨਲਸ ਨੂੰ ਰੀਜਨਰੇਟ ਕਰਨ ਦਾ ਕੰਮ ਕਰਦਾ ਹੈਗਾ। ਅਤੇ ਇਹ ਕੀ ਕਰਦਾ ਹੈਗਾ ਕਿ ਜਦੋਂ ਆਪਾਂ ਸਿਗਨਲਸ ਨੂੰ ਲੌਂਗ ਡਿਸਟੈਂਸ ਤੱਕ ਭੇਜਣਾ ਹੈਗਾ ਤਾਂ ਲੌਂਗ ਡਿਸਟੈਂਸ ਤੱਕ ਸਿਗਨਲਸ ਨੂੰ ਪਾਵਰਫੁਲ ਬਣਾ ਕੇ ਅੱਗੇ ਫਾਰਵਰਡ ਕਰਦਾ ਹੈਗਾ। ਅਗਰ ਆਪਾਂ ਗੱਲ ਕਰੀਏ ਪੈਸਿਵ ਹਬ ਦੀ, ਤਾਂ ਇਹ ਕੀ ਕਰਦਾ ਹੈਗਾ? ਇਹ ਸਿਗਨਲਸ ਨੂੰ ਐਂਪਲੀਫਾਈ ਨਹੀਂ ਕਰਦਾ ਹੈਗਾ। ਇਹ ਤੁਸੀਂ ਕਹਿ ਸਕਦੇ ਹੋ ਇਲੈਕਟ੍ਰੀਸਿਟੀ ਤੋਂ ਬਿਨਾਂ ਵੀ ਆਪਾਂ ਇਸ ਦੇ ਉੱਤੇ ਕੰਮ ਕਰ ਸਕਦੇ ਹੈਗੇ ਹਾਂ, ਬਟ ਇਹ ਸਿਗਨਲਸ ਨੂੰ ਐਂਪਲੀਫਾਈ ਨਹੀਂ ਕਰਦਾ ਹੈਗਾ। ਸੈਕਿੰਡ ਡਿਵਾਈਸ ਇਜ਼ ਯੂਅਰ ਰਿਪੀਟਰ। ਰਿਪੀਟਰ ਕੀ ਹੁੰਦਾ ਹੈਗਾ? ਰਿਪੀਟਰ ਇਜ਼ ਆਲਸੋ ਨੋਨ ਐਜ਼ ਰੀਜਨਰੇਟਰ। ਰੀਜਨਰੇਟਰ ਮਤਲਬ ਜੋ ਸਾਰੇ ਸਿਗਨਲਸ ਨੂੰ ਕੀ ਕਰਦਾ ਹੈਗਾ? ਰੀਜਨਰੇਟ ਕਰਦਾ ਹੈਗਾ। ਜਦੋਂ ਤੁਸੀਂ ਕੋਈ ਵੀ ਇਨਫੋਰਮੇਸ਼ਨ ਕਿਸੇ ਵੀ ਨੈਟਵਰਕ ਦੇ ਉੱਤੇ ਸੈਂਡ ਕਰਦੇ ਹੈਗੇ ਹੋ,
ਜਦੋਂ ਉਸ ਇਨਫੋਰਮੇਸ਼ਨ ਦੇ ਜਿਹੜੇ ਸਿਗਨਲਸ ਹੈ ਵੀਕ ਹੋਣੇ ਸ਼ੁਰੂ ਹੋ ਜਾਂਦੇ ਹੈਗੇ ਨੇ, ਮਤਲਬ ਕੁਝ ਡਿਸਟੈਂਸ ਤੋਂ ਬਾਅਦ ਜਦੋਂ ਤੁਹਾਡੇ ਸਿਗਨਲਸ ਕਰਪਟ ਹੋਣੇ ਸ਼ੁਰੂ ਹੋ ਜਾਂਦੇ ਨੇ ਜਾਂ ਵੀਕ ਹੋਣੇ ਸ਼ੁਰੂ ਹੋ ਜਾਂਦੇ ਨੇ, ਤਾਂ ਰਿਪੀਟਰ ਇੱਕ ਇਸ ਤਰ੍ਹਾਂ ਦਾ ਡਿਵਾਈਸ ਹੈ ਜੋ ਕਰਪਟਡ ਸਿਗਨਲਸ ਨੂੰ ਰੀਜਨਰੇਟ ਕਰਨ ਦਾ ਕੰਮ ਕਰਦਾ ਹੈਗਾ। ਮਤਲਬ ਜਦੋਂ ਤੁਹਾਡੇ ਸਿਗਨਲਸ ਕੁਝ ਡਿਸਟੈਂਸ ਤੱਕ ਕਵਰ ਕਰਕੇ ਅੱਗੇ ਤੱਕ ਗਏ, ਜਦੋਂ ਉਹਨਾਂ ਦੇ ਵਿੱਚ ਵੀਕਨੈਸ ਆ ਗਈ ਤਾਂ ਉਹਨਾਂ ਨੂੰ ਪਾਵਰਫੁਲ ਬਣਾਉਣ ਦਾ ਕੰਮ ਕੌਣ ਕਰਦਾ ਹੈਗਾ? ਰਿਪੀਟਰ ਕੰਮ ਕਰਦਾ ਹੈਗਾ ਪਾਵਰਫੁਲ ਬਣਾਉਣ ਦਾ। ਮੀਨਸ ਕਿ ਜਿੰਨੇ ਵੀ ਵੀਕ ਸਿਗਨਲਸ ਹੈ, ਜਿੰਨੇ ਵੀ ਕਰਪਟਡ ਸਿਗਨਲਸ ਹੈ, ਉਹਨਾਂ ਵੀਕ ਸਿਗਨਲਸ ਨੂੰ ਅਤੇ ਕਰਪਟਡ ਸਿਗਨਲਸ ਨੂੰ ਰੀਜਨਰੇਟ ਕਰਨ ਦਾ ਕੰਮ ਕੌਣ ਕਰਦਾ ਹੈਗਾ? ਰਿਪੀਟਰ ਕਰਦਾ ਹੈਗਾ, ਰਿਪੀਟ ਕਰਦਾ ਹੈਗਾ, ਮਤਲਬ ਉਹਨਾਂ ਨੂੰ ਪਾਵਰਫੁਲ ਬਣਾ ਕੇ ਅੱਗੇ ਸੈਂਡ ਕਰਦਾ ਹੈਗਾ। ਜਦੋਂ ਆਪਾਂ ਨੂੰ ਪਤਾ ਹੁੰਦਾ ਕਿ ਆਪਾਂ ਕੋਈ ਵੀ ਇਨਫੋਰਮੇਸ਼ਨ ਕਿਤੇ ਵੀ ਭੇਜਣੀ ਹੈਗੀ ਹੈ ਅਤੇ ਉਹ ਕਰਪਟਡ ਹੈਗੀ ਹੈ, ਉਹਨੂੰ ਸਹੀ ਕਰਕੇ ਰੀਜਨਰੇਟ ਕਰਕੇ ਅੱਗੇ ਫਾਰਵਰਡ ਕਰ ਦਿੰਦਾ ਹੈਗਾ। ਫਰੈਸ਼ ਕਾਪੀ ਤੁਸੀਂ ਕਹਿ ਸਕਦੇ ਹੋ ਸਿਗਨਲਸ ਦੀ ਟਰਾਂਸਮਿਟ ਕਰਦਾ ਹੈਗਾ ਅੱਗੇ। ਐਂਡ ਨੈਕਸਟ ਡਿਵਾਈਸ ਇਜ਼ ਯੂਅਰ ਬ੍ਰਿਜ। ਬ੍ਰਿਜ ਵੀ ਇੱਕ ਬ੍ਰਿਜ ਦੇ ਵਿੱਚ ਤੁਸੀਂ ਕੀ ਕਹਿ ਸਕਦੇ ਹੋ? ਬ੍ਰਿਜ ਇੱਕ ਤਰ੍ਹਾਂ ਦਾ ਲਿਟਲ ਬਿਟ ਤੁਸੀਂ ਕਹਿ ਸਕਦੇ ਹੋ ਇੰਟੈਲੀਜੈਂਟ ਡਿਵਾਈਸ ਹੈ। ਕਿਉਂ ਕਹਿ ਸਕਦੇ ਹੋ ਲਿਟਲ ਬਿਟ ਇੰਟੈਲੀਜੈਂਟ ਡਿਵਾਈਸ ਹੈ? ਇਹਦੇ ਬਾਰੇ ਵੀ ਮੈਂ ਤੁਹਾਨੂੰ ਦੱਸਾਂਗੀ। ਇਹ ਬ੍ਰਿਜ ਕੀ ਕਰਦਾ ਹੈਗਾ? ਇਹ ਸੋਰਸ ਅਤੇ ਡੈਸਟੀਨੇਸ਼ਨ ਦੇ ਐਡਰੈਸ ਨੂੰ ਚੈੱਕ ਕਰਦਾ ਹੈਗਾ। ਮਤਲਬ ਸੋਰਸ ਮਤਲਬ ਜਿੱਥੋਂ ਡਾਟਾ ਤੁਸੀਂ ਭੇਜਣਾ ਸਟਾਰਟ ਕਰਨਾ ਹੈ, ਡੈਸਟੀਨੇਸ਼ਨ ਮਤਲਬ ਜਿੱਥੇ ਉਹ ਤੁਹਾਡਾ ਡਾਟਾ ਫਾਰਵਰਡ ਹੋਏਗਾ। ਸੋਰਸ ਅਤੇ ਡੈਸਟੀਨੇਸ਼ਨ ਦਾ ਐਡਰੈਸ ਚੈੱਕ ਕਰਦਾ ਹੈਗਾ। ਫਿਰ ਉਹ ਦੇਖਦਾ ਹੈਗਾ ਕਿ ਅੱਗੇ ਕਿੰਨੀ ਕੁ ਟਰੈਫਿਕ ਹੈਗੀ ਹੈ, ਕਿ ਉਹ ਡਾਟਾ ਫਾਰਵਰਡ ਕਰਨਾ ਹੈਗਾ ਜਾਂ ਰਿਜੈਕਟ ਕਰਨਾ ਹੈਗਾ। ਇਹ ਚੈੱਕ ਕਰਕੇ ਫਿਰ ਹੀ ਡਾਟਾ ਨੂੰ ਅੱਗੇ ਪਹੁੰਚਾਉਂਦਾ ਹੈਗਾ। ਬ੍ਰਿਜ ਦੇ ਵਿੱਚ ਕੀ ਹੁੰਦਾ ਹੈਗਾ? ਬ੍ਰਿਜ ਦੇ ਵਿੱਚ ਆਪਾਂ ਇੱਕ ਟੇਬਲ ਕ੍ਰੀਏਟ ਕਰਦੇ ਹਾਂ ਜਿਹਦੇ ਵਿੱਚ ਪੋਰਟ ਨੰਬਰ ਹੁੰਦਾ ਅਤੇ ਮੈਕ ਐਡਰੈਸ ਹੁੰਦਾ ਹੈਗਾ। ਪੋਰਟ ਨੰਬਰ ਦੇ ਵਿੱਚ ਸਿਸਟਮਸ ਦਾ ਨੰਬਰ ਦਿੱਤਾ ਜਾਂਦਾ ਹੈਗਾ ਕਿ ਕਿਹੜੇ ਸਿਸਟਮ ਦੇ ਵਿੱਚ ਡਾਟਾ ਤੁਸੀਂ ਟਰਾਂਸਫਰ ਕਰ ਰਹੇ ਹੋ, ਅਤੇ ਮੈਕ ਐਡਰੈਸ ਵੀ ਉਸ ਸਿਸਟਮ ਦਾ ਜਿਹੜਾ ਹੈਗਾ ਦਿੱਤਾ ਜਾਂਦਾ। ਜਿਵੇਂ ਤੁਹਾਡੇ ਕੋਲ ਤੁਹਾਡੇ ਸਾਹਮਣੇ ਇੱਕ ਡਾਇਗਰਾਮ ਸ਼ੋ ਹੋ ਰਹੀ ਹੈ ਜਿਹਦੇ ਵਿੱਚ 2 ਸੈਗਮੈਂਟਸ ਦਿੱਤੀਆਂ ਹੋਈਆਂ ਨੇ, ਅਤੇ ਵਿੱਚ ਦੋਨਾਂ ਸੈਗਮੈਂਟਸ ਨੂੰ ਕਨੈਕਟ ਕੌਣ ਕਰ ਰਿਹਾ ਹੈਗਾ? ਬ੍ਰਿਜ ਕਨੈਕਟ ਕਰ ਰਿਹਾ। ਫਸਟ ਸੈਗਮੈਂਟ ਦੇ ਵਿੱਚ ਵੀ 3 PC ਨੇ ਅਤੇ ਸੈਕਿੰਡ ਸੈਗਮੈਂਟ ਦੇ ਵਿੱਚ ਵੀ 3 PC ਨੇ। ਇਹ ਇਹਨਾਂ ਦੋਨਾਂ ਸੈਗਮੈਂਟਸ ਦੇ ਵਿੱਚ ਇੱਕ ਤਰ੍ਹਾਂ ਦੇ ਪੁੱਲ ਦੀ ਤਰ੍ਹਾਂ ਕੰਮ ਕਰ ਰਿਹਾ ਹੈਗਾ, ਕਿ ਮਤਲਬ ਜਦੋਂ ਡਾਟਾ ਆਪਾਂ ਇੱਕ ਸੈਗਮੈਂਟ ਤੋਂ ਦੂਜੇ ਸੈਗਮੈਂਟ ਦੇ ਵਿੱਚ ਭੇਜਣਾ ਹੈਗਾ ਤਾਂ ਉਹ ਬ੍ਰਿਜ ਦੇ ਥਰੂ ਹੀ ਆਏਗਾ, ਦੂਜੇ ਤੋਂ ਪਹਿਲੇ 'ਚ ਭੇਜਣਾ ਹੈਗਾ ਤਾਂ ਵੀ ਉਹ ਬ੍ਰਿਜ ਦੇ ਥਰੂ ਹੀ ਟਰਾਂਸਫਰ ਉਸਨੂੰ ਕਰੇਗਾ। ਬ੍ਰਿਜ ਕੀ ਕਰਦਾ ਹੈਗਾ? ਡਾਟਾ ਨੂੰ ਤੁਸੀਂ ਕਹਿ ਸਕਦੇ ਹੋ ਕਿ ਇੱਕ ਵਾਰ ਤਾਂ ਬਰੋਡਕਾਸਟ ਕਰਦਾ ਹੈਗਾ, ਕਿਉਂਕਿ ਜਦੋਂ ਇਹਨੇ ਟੇਬਲ ਬਣਾਉਣਾ ਹੁੰਦਾ ਹੈਗਾ, ਟੇਬਲ ਕ੍ਰੀਏਟ ਕਰਨਾ ਹੁੰਦਾ, ਫਸਟ ਟਾਈਮ ਤੁਸੀਂ ਬ੍ਰਿਜ ਨੂੰ ਯੂਜ਼ ਕਰ ਰਹੇ ਹੋ ਕਿਸੇ ਨੈਟਵਰਕ ਦੇ ਉੱਤੇ, ਤਾਂ ਉਹ ਕੀ ਕਰਦਾ ਹੈਗਾ ਕਿ ਚੈੱਕ ਕਰਦਾ ਹੈਗਾ ਕਿ ਕਿਸੇ ਵੀ ਸਿਸਟਮ ਦਾ ਪੋਰਟ ਨੰਬਰ ਕਿੰਨਾ ਹੈਗਾ, ਮੈਕ ਐਡਰੈਸ ਕਿੰਨਾ ਹੈਗਾ। ਜਦੋਂ ਉਹਦੇ ਕੋਲ ਪੋਰਟ ਨੰਬਰ ਅਤੇ ਮੈਕ ਐਡਰੈਸ ਸਟੋਰ ਹੋ ਜਾਂਦਾ ਹੈ, ਫਿਰ ਉਹ ਡਾਟਾ ਜਿਹੜੇ ਵੀ ਪੋਰਟ ਨੰਬਰ ਦੇ ਉੱਤੇ ਫਾਰਵਰਡ ਕਰਨਾ ਹੁੰਦਾ ਜਾਂ ਜਿਹੜੇ ਵੀ ਸੈਗਮੈਂਟ ਦੇ ਵਿੱਚ ਫਾਰਵਰਡ ਕਰਨਾ ਹੁੰਦਾ, ਉਹ ਡਾਟਾ ਉਸੇ ਸੈਗਮੈਂਟ ਨੂੰ ਹੀ ਫਾਰਵਰਡ ਕਰਦਾ ਹੈਗਾ। ਸਪੋਜ਼ ਕਰੋ ਆਪਾਂ ਸੈਗਮੈਂਟ 1 ਦੇ ਵਿੱਚ PC ਨੰਬਰ 2 ਦੇ ਉੱਤੇ ਡਾਟਾ ਫਾਰਵਰਡ ਕਰਨਾ ਹੈਗਾ, ਤਾਂ ਬ੍ਰਿਜ ਕੀ ਕਰੇਗਾ? ਜਿੰਨਾ ਵੀ ਡਾਟਾ ਹੈਗਾ ਉਹ ਸੈਗਮੈਂਟ 1 ਦੇ ਵਿੱਚ ਹੀ ਫਾਰਵਰਡ ਕਰੇਗਾ। ਫਿਰ ਉਹ ਪੋਰਟ ਨੰਬਰ ਅਗਰ ਉਸ ਕੋਲ ਹੈਗਾ ਕਿ ਸੈਗਮੈਂਟ ਮਤਲਬ ਪੋਰਟ ਨੰਬਰ 2 ਤੇ ਸੈਂਡ ਕਰਨਾ, ਤਾਂ ਪੋਰਟ ਨੰਬਰ 2 ਕੋਲੋਂ ਡਾਟਾ ਚਲਿਆ ਜਾਏਗਾ। ਅਗਰ ਉਹ ਡਾਟਾ ਸੈਗਮੈਂਟ ਨੰਬਰ 1 ਦੇ PC ਨੰਬਰ 2 ਤੋਂ ਸੈਗਮੈਂਟ ਨੰਬਰ 2 ਦੇ PC ਨੰਬਰ 3 ਤੇ ਭੇਜਣਾ ਹੈਗਾ, ਤਾਂ ਕੀ ਕਰੂਗਾ ਬ੍ਰਿਜ? ਸੈਗਮੈਂਟ 1 ਤੋਂ ਡਾਟਾ ਲੈ ਕੇ ਉਹ ਸੈਗਮੈਂਟ 2 ਦੇ ਵਿੱਚ ਸੈਂਡ ਕਰ ਦੇਗਾ। ਮਤਲਬ ਕਿ ਇੱਕ ਸੈਗਮੈਂਟ ਦੇ ਵਿੱਚ ਉਹ ਡਾਟਾ ਟਰਾਂਸਫਰ ਕਰਦਾ ਹੈਗਾ, ਰੈਦਰ ਦੈਨ ਕਿ ਸਾਰੇ ਸੈਗਮੈਂਟਸ ਦੇ ਵਿੱਚ ਡਾਟਾ ਟਰਾਂਸਫਰ ਕਰਨ ਦੇ ਲਈ। ਇਸ ਕਰਕੇ ਇਹਨੂੰ ਲਿਟਲ ਬਿਟ ਇੰਟੈਲੀਜੈਂਟ ਡਿਵਾਈਸ ਕਿਹਾ ਜਾਂਦਾ ਹੈਗਾ, ਕਿ ਜਿਹੜੇ ਵੀ ਸੈਗਮੈਂਟ ਵਿੱਚ ਡਾਟਾ ਟਰਾਂਸਫਰ ਕਰਨਾ ਹੁੰਦਾ ਉਸੇ ਸੈਗਮੈਂਟ ਦੇ ਵਿੱਚ ਡਾਟਾ ਟਰਾਂਸਫਰ ਕਰ ਦਿੰਦਾ ਹੈਗਾ। ਬਟ ਅਗਰ ਇਹਦੇ ਕੋਲ ਕਿਸੇ ਵੀ ਸਿਸਟਮ ਦਾ ਪੋਰਟ ਨੰਬਰ ਨਹੀਂ ਹੈਗਾ ਜਾਂ ਇਹਨੇ ਫਸਟ ਟਾਈਮ ਕੰਮ ਕਰਨਾ ਹੈਗਾ, ਤਾਂ ਇਹ ਫਿਰ ਬਰੋਡਕਾਸਟ ਵੀ ਕਰਦਾ ਹੈਗਾ ਡਾਟਾ ਨੂੰ, ਕਿਉਂਕਿ ਇਹਨੇ ਇੱਕ ਵਾਰੀ ਪੋਰਟ ਨੰਬਰ ਉਹਨਾਂ ਦਾ ਸਿਸਟਮਸ ਦਾ ਲੈਣਾ ਹੁੰਦਾ ਹੈਗਾ। ਇਸ ਤੋਂ ਬਾਅਦ ਇਹ ਡਿਫਰੈਂਟ ਸੈਗਮੈਂਟਸ ਦੇ ਵਿੱਚ ਡਾਟਾ ਸੈਂਡ ਕਰਦਾ। ਜਿਸ ਸੈਗਮੈਂਟ ਤੋਂ ਵੀ ਰਿਕੁਐਸਟ ਆਈ ਹੈ ਉਸੇ ਸੈਗਮੈਂਟ ਦੇ ਵਿੱਚ ਡਾਟਾ ਨੂੰ ਫਾਰਵਰਡ ਕਰ ਦਿੰਦਾ ਹੈਗਾ। ਜੋ ਵੀ ਇਹਨੇ ਟੇਬਲ ਕ੍ਰੀਏਟ ਕੀਤਾ ਹੁੰਦਾ ਉਹਦੇ ਤੋਂ ਇਹਨੂੰ ਸਿਸਟਮ ਦਾ ਪੋਰਟ ਨੰਬਰ ਅਤੇ ਮੈਕ ਐਡਰੈਸ ਜੋ ਹੈਗਾ ਮਿਲ ਜਾਂਦਾ ਹੈਗਾ। ਅੱਛਾ, ਅਗਲੀ ਗੱਲ, ਜਿਹੜਾ ਬ੍ਰਿਜ ਹੈਗਾ ਇਹ ਲੇਅਰ 2 ਤੇ ਵੀ ਕੰਮ ਕਰਦਾ ਹੈਗਾ OSI ਮਾਡਲ ਦੀ, ਅਤੇ ਫਰੇਮਸ ਨੂੰ ਫਿਲਟਰ ਵੀ ਕਰਦਾ। ਮਤਲਬ ਇਹ ਜਦੋਂ ਡਾਟਾ ਨੂੰ ਅੱਗੇ ਭੇਜਦਾ ਹੈਗਾ ਤਾਂ ਕਿਹੜੀ ਫਾਰਮ ਦੇ ਵਿੱਚ ਭੇਜਦਾ ਹੈਗਾ? ਫਰੇਮਸ ਦੀ ਫਾਰਮ ਦੇ ਵਿੱਚ, ਛੋਟੇ ਟੁਕੜਿਆਂ ਦੀ ਫਾਰਮ ਦੇ ਵਿੱਚ, ਫਰੇਮਸ ਦੀ ਫਾਰਮ ਦੇ ਵਿੱਚ ਡਾਟਾ ਨੂੰ ਅੱਗੇ ਟਰਾਂਸਫਰ ਕਰਦਾ ਹੈਗਾ। ਇਸ ਤੋਂ ਨੈਕਸਟ ਜੋ ਹੈਗਾ ਆਪਣੇ ਕੋਲ ਦੈਟ ਇਜ਼ ਕਾਲਡ ਯੂਅਰ ਸਵਿਚ। ਹੁਣ ਅਗਰ ਆਪਾਂ ਗੱਲ ਕਰੀਏ ਸਵਿਚ ਦੀ, ਦੈਨ ਸਵਿਚ ਇਜ਼ a very intelligent device।
ਸਵਿਚ ਨੂੰ ਆਪਾਂ ਹੋਰ ਕੀ ਕਹਿੰਦੇ ਹੈਗੇ, ਇਸ ਨੂੰ ਆਪਾਂ ਕਹਿੰਦੇ ਮਲਟੀਪੋਰਟ ਬ੍ਰਿਜ ਵੀ ਕਹਿ ਦਿੰਦੇ ਹੈਗੇ ਆ। ਸਵਿਚ ਨੂੰ ਮਲਟੀਪੋਰਟ ਬ੍ਰਿਜ ਵੀ ਕਿਹਾ ਜਾਂਦਾ ਹੈਗਾ। ਅਤੇ ਸਵਿਚ ਜੋ ਹੈਗਾ ਇਹ ਬਹੁਤ ਹੀ ਜ਼ਿਆਦਾ ਇੰਟੈਲੀਜੈਂਟ ਡਿਵਾਈਸ ਹੈਗਾ। ਕਿਉਂ ਇੰਟੈਲੀਜੈਂਟ ਡਿਵਾਈਸ ਹੈਗਾ? ਕਿਉਂਕਿ ਜਿਸ ਵੀ ਜਗ੍ਹਾ ਦੇ ਉੱਤੇ ਆਪਾਂ ਡਾਟਾ ਫਾਰਵਰਡ ਕਰਨਾ ਹੁੰਦਾ ਹੈਗਾ, ਸਵਿਚ ਉਸੇ ਜਗ੍ਹਾ ਦੇ ਉੱਤੇ ਹੀ ਡਾਟਾ ਤੁਹਾਡਾ ਫਾਰਵਰਡ ਕਰਦਾ ਹੈਗਾ। ਅਤੇ ਸਵਿਚ ਦੇ ਵਿੱਚ ਆਪਾਂ ਕੀ ਕਰਦੇ ਹੈਗੇ ਆ, ਇਹਦੇ 'ਚ ਆਪਾਂ ਇੱਕ ਟੇਬਲ ਕ੍ਰੀਏਟ ਕਰਦੇ ਹੈਗੇ ਆ। ਦੈਟ ਟੇਬਲ ਇਜ਼ ਕਾਲਡ ਕੈਮ ਟੇਬਲ। ਕੈਮ ਮੀਨਸ ਕੰਟੈਂਟ ਐਕਸੈਸਿਬਲ ਮੈਮਰੀ। ਸਵਿਚ ਜਿਹੜਾ ਹੈਗਾ ਕੰਟੈਂਟ ਐਕਸੈਸਿਬਲ ਮੈਮਰੀ ਨਾਮ ਦਾ ਇੱਕ ਜੋ ਹੈਗਾ ਉਹ ਟੇਬਲ ਕ੍ਰੀਏਟ ਕਰਦਾ ਹੈਗਾ, ਜਿਹਦੇ ਵਿੱਚ ਉਹ ਸਿਸਟਮਸ ਦੇ ਪੋਰਟ ਨੰਬਰ ਨੂੰ ਸਟੋਰ ਕਰਦਾ ਹੈਗਾ ਅਤੇ ਸਿਸਟਮਸ ਦੇ ਮੈਕ ਐਡਰੈਸ ਨੂੰ ਵੀ ਸਟੋਰ ਕਰਦਾ ਹੈਗਾ। ਮਤਲਬ ਪੋਰਟ ਨੰਬਰ ਦੀ ਸਿਸਟਮ ਕਿਹੜੇ ਪੋਰਟ ਨੰਬਰ ਰਹੇਗਾ, ਕਿਹੜੇ ਪੋਰਟ ਨੰਬਰ ਤੋਂ ਤੁਸੀਂ ਡਾਟਾ ਟਰਾਂਸਫਰ ਕਰਨਾ ਹੈਗਾ ਉਹ ਸੈਂਡ ਕਰਦਾ ਹੈਗਾ। ਪਲੱਸ ਕੀ ਕਰਦਾ ਹੈਗਾ, ਮੈਕ ਐਡਰੈਸ ਦੇਖਦਾ ਹੈਗਾ ਕਿ ਕਿਹੜੇ ਮੈਕ ਐਡਰੈਸ ਦੇ ਉੱਤੇ ਅਸੀਂ ਡਾਟਾ ਜੋ ਹੈਗਾ ਉਹ ਫਾਰਵਰਡ ਕਰਨਾ ਹੈਗਾ। ਸਵਿਚ ਇਹ ਸਾਰਾ ਕੁਛ ਕਰਦਾ ਹੈਗਾ। ਅੱਛਾ, ਜੇ ਆਪਾਂ ਅਗਲੀ ਗੱਲ ਕਰੀਏ ਸਵਿਚ ਦੀ, ਤਾਂ ਸਵਿਚ ਦੇ ਵਿੱਚ ਕੀ ਹੁੰਦਾ ਹੈਗਾ ਜੀ, ਇਹਦੇ ਵਿੱਚ ਜਿਵੇਂ ਤੁਸੀਂ ਇੱਕ ਸਿਸਟਮ ਤੋਂ ਦੂਜੇ ਸਿਸਟਮ 'ਤੇ ਡਾਟਾ ਫਾਰਵਰਡ ਕਰਨਾ ਹੈਗਾ ਜਾਂ ਦੂਜੇ ਸਿਸਟਮ ਤੋਂ ਬਾਕੀ ਸਾਰੇ ਸਿਸਟਮਸ ਦੇ ਵਿੱਚ ਡਾਟਾ ਫਾਰਵਰਡ ਕਰਨਾ ਹੈਗਾ, ਤਾਂ ਇਹ ਕੀ ਕਰਦਾ ਹੈਗਾ ਕਿ ਇਹ ਦੇਖਦਾ ਹੈਗਾ ਕਿ ਡਾਟਾ ਕੋਲਾਈਡ ਤਾਂ ਨਹੀਂ ਹੋ ਰਿਹਾ, ਕਲੈਪਸ ਤਾਂ ਨਹੀਂ ਹੋ ਰਿਹਾ, ਮਤਲਬ ਕੋਈ ਹੋਰ ਉਸੇ ਹੀ ਸਿਸਟਮ ਨੂੰ ਡਾਟਾ ਫਾਰਵਰਡ ਕਰ ਰਿਹਾ ਹੋਏ। ਅਗਰ ਹੋਰ ਕੋਈ ਸਿਸਟਮ ਕਿਸੇ ਸਿਸਟਮ ਦੇ ਉੱਤੇ ਡਾਟਾ ਫਾਰਵਰਡ ਕਰ ਰਿਹਾ ਹੁੰਦਾ ਤਾਂ ਇਹ ਕੋਈ ਹੋਰ ਪਾਥ ਸਿਲੈਕਟ ਕਰਕੇ ਉਸ ਪਾਥ ਤੋਂ ਡਾਟਾ ਨੂੰ ਫਾਰਵਰਡ ਕਰ ਦਿੰਦਾ ਹੈਗਾ। ਮਤਲਬ ਕੋਲੀਜਨ ਨੂੰ ਅਵੋਇਡ ਕਰਦਾ ਹੈਗਾ ਕਿ ਡਾਟਾ ਜਿਹੜਾ ਹੈਗਾ ਤੁਹਾਡਾ ਕਲੈਪਸ ਨਾ ਹੋਵੇ, ਕੋਲਾਈਡ ਨਾ ਹੋਵੇ। ਇਹ ਬਫਰ ਦੇ ਵਿੱਚ ਵੀ ਡਾਟਾ ਨੂੰ ਸਟੋਰ ਕਰ ਲੈਂਦਾ ਹੈਗਾ ਤਾਂ ਕਿ ਡਾਟਾ ਜਿਹੜਾ ਹੈਗਾ ਕਲੈਪਸ ਜਾਂ ਕੋਲਾਈਡ ਨਾ ਹੋਵੇ ਅਤੇ ਈਜ਼ੀਲੀ ਅਸੀਂ ਇਸ ਨੂੰ ਅਗਲੀ ਜਗ੍ਹਾ ਦੇ ਉੱਤੇ ਭੇਜ ਸਕੀਏ। ਅੱਛਾ, ਜਿਹੜੇ ਸਵਿਚ ਹੁੰਦਾ ਇਹਦੇ ਵਿੱਚ ਵੀ ਕਾਫੀ ਪੋਰਟ ਹੁੰਦੇ ਨੇ ਅਤੇ ਉਹਨਾਂ ਪੋਰਟਸ ਦੇ ਥਰੂ ਤੁਸੀਂ ਸਿਸਟਮਸ ਨੂੰ ਕੀ ਕਰ ਸਕਦੇ ਹੈਗੇ ਹੋ, ਕਨੈਕਟ ਕਰ ਸਕਦੇ ਹੈਗੇ ਹੋ। ਜੇ ਆਪਾਂ ਗੱਲ ਕਰੀਏ ਸਵਿਚ ਦੀਆਂ ਟਾਈਪਸ ਦੀ, ਤਾਂ ਸਵਿਚ ਦੀਆਂ ਵੀ ਕਾਫੀ ਟਾਈਪਸ ਹੈ। ਮੈਂ ਤੁਹਾਨੂੰ ਫਸਟ ਟਾਈਪ ਦੱਸਣ ਲੱਗੀ ਹੈਗੀ ਹਾਂ, ਕੱਟ ਥਰੋ ਸਵਿਚ। ਕੱਟ ਥਰੋ ਸਵਿਚ ਦੇ ਵਿੱਚ ਕੀ ਹੁੰਦਾ ਹੈਗਾ, ਜਿੰਨਾ ਵੀ ਤੁਹਾਡੇ ਕੋਲ ਡਾਟਾ ਆਇਆ ਪਿੱਛੋਂ ਜਾਂ ਕੋਈ ਵੀ ਤੁਹਾਡੇ ਕੋਲ ਫਰੇਮ ਆਇਆ ਹੈਗਾ, ਉਹ ਫਰੇਮ ਨੂੰ ਕੀ ਕਰਦਾ ਹੈਗਾ, ਵੈਰੀਫਾਈ ਨਹੀਂ ਕਰਦਾ ਹੈਗਾ, ਨਾ ਹੀ ਉਹਨੂੰ ਸਟੋਰ ਕਰਦਾ ਹੈਗਾ। ਉਹ ਕੀ ਕਰਦਾ ਹੈਗਾ, ਫਰੇਮ ਨੂੰ ਚੈੱਕ ਕਰਦਾ ਹੈਗਾ, ਚੈੱਕ ਕਰਕੇ ਫਰੇਮ ਦੇ ਮੈਕ ਐਡਰੈਸ ਨੂੰ ਚੈੱਕ ਕਰਦਾ ਹੈਗਾ। ਮੈਕ ਐਡਰੈਸ ਨੂੰ ਚੈੱਕ ਕਰਨ ਤੋਂ ਬਾਅਦ ਉਸ ਫਰੇਮ ਨੂੰ ਅੱਗੇ ਫਾਰਵਰਡ ਕਰ ਦਿੰਦਾ। ਮਤਲਬ ਜੋ ਵੀ ਫਰੇਮ ਆ ਰਿਹਾ ਹੈਗਾ ਉਸਨੂੰ ਕਿਸੇ ਵੀ ਜਗ੍ਹਾ ਦੇ ਉੱਤੇ ਸਟੋਰ ਨਹੀਂ ਕਰਦਾ। ਸਿੱਧਾ ਫਰੇਮ ਆਇਆ, ਉਹਨੇ ਮੈਕ ਐਡਰੈਸ ਚੈੱਕ ਕੀਤਾ ਉਸ ਫਰੇਮ ਦਾ ਅਤੇ ਉਸ ਫਰੇਮ ਨੂੰ ਕਰ ਦਿੱਤਾ। ਇਹ ਕੰਮ ਕਰਦਾ ਹੈਗਾ ਕੱਟ ਥਰੋ ਸਵਿਚ। ਕੋਈ ਐਰਰ ਨਹੀਂ ਚੈੱਕ ਕਰਦਾ ਹੈਗਾ, ਸਿੱਧਾ ਹੀ ਡਾਟਾ ਅੱਗੇ ਫਾਰਵਰਡ ਕਰ ਦਿੰਦਾ ਹੈਗਾ। ਇਸ ਕਰਕੇ ਇਹ ਬਹੁਤ ਫਾਸਟ ਹੈਗਾ, ਕਿਉਂਕਿ ਜਦੋਂ ਇਹ ਐਰਰਸ ਹੀ ਨਹੀਂ ਚੈੱਕ ਕਰ ਰਿਹਾ ਹੈਗਾ, ਸਿਰਫ ਫਰੇਮ ਦਾ ਮੈਕ ਐਡਰੈਸ ਚੈੱਕ ਕਰ ਰਿਹਾ ਹੈਗਾ ਜਾਂ ਫਰੇਮ ਦੇਖ ਰਿਹਾ ਹੈਗਾ, ਤਾਂ ਇਸ ਕਰਕੇ ਇਹ ਬਹੁਤ ਹਾਈ ਸਪੀਡ ਦੇ ਉੱਤੇ ਡਾਟਾ ਅੱਗੇ ਟਰਾਂਸਫਰ ਕਰ ਸਕਦਾ ਹੈਗਾ। ਸੈਕਿੰਡ ਇਜ਼ ਯੂਅਰ ਸਟੋਰ ਐਂਡ ਫਾਰਵਰਡ ਸਵਿਚ। ਸਟੋਰ ਐਂਡ ਫਾਰਵਰਡ ਸਵਿਚ ਦੇ ਨਾਮ ਤੋਂ ਹੀ ਦੇਖੋ ਤੁਹਾਨੂੰ ਪਤਾ ਲੱਗ ਰਿਹਾ ਹੈਗਾ ਕਿ ਪਹਿਲਾਂ ਇਹ ਸਾਰੇ ਡਾਟਾ ਨੂੰ ਸਟੋਰ ਕਰਦਾ ਹੈਗਾ। ਕਿੱਥੇ ਸਟੋਰ ਕਰਦਾ ਹੈਗਾ, ਬਫਰ ਦੇ ਵਿੱਚ, ਯਾਨੀ ਕਿ ਮੈਮਰੀ ਦੇ ਵਿੱਚ। ਮੈਮਰੀ ਵਿੱਚ ਸਟੋਰ ਕਰਦਾ ਹੈਗਾ। ਮੈਮਰੀ ਵਿੱਚ ਸਟੋਰ ਕਰਨ ਤੋਂ ਬਾਅਦ ਉਹਦੇ ਐਰਰਸ ਨੂੰ ਚੈੱਕ ਕਰਦਾ, ਮਤਲਬ ਉਸ ਡਾਟਾ ਦੇ ਵਿੱਚ ਜਿੰਨੀਆਂ ਵੀ ਪ੍ਰੋਬਲਮਸ ਹੁੰਦੀਆਂ ਨੇ, ਐਰਰਸ ਹੁੰਦੇ ਨੇ, ਉਹਨਾਂ ਸਾਰੇ ਐਰਰਸ ਨੂੰ, ਸਾਰੀਆਂ ਪ੍ਰੋਬਲਮਸ ਨੂੰ ਚੈੱਕ ਕਰਦਾ ਹੈਗਾ। ਇਹ ਜਿਹੜਾ ਸਵਿਚ ਹੁੰਦਾ ਹੈਗਾ ਇਹ ਬਹੁਤ ਸਲੋ ਹੁੰਦਾ। ਕਿਉਂ ਸਲੋ ਹੁੰਦਾ? ਕਿਉਂਕਿ ਜਦੋਂ ਇਹਦੇ ਕੋਲ ਕੋਈ ਵੀ ਫਰੇਮ ਆ ਰਿਹਾ ਹੈਗਾ ਤਾਂ ਉਸ ਫਰੇਮ ਨੂੰ ਪਹਿਲਾਂ ਇਹ ਚੈੱਕ ਕਰੂਗਾ, ਚੈੱਕ ਕਰਨ ਤੋਂ ਬਾਅਦ ਫਿਰ ਅੱਗੇ ਫਾਰਵਰਡ ਕਰੂਗਾ। ਉਸ ਫਰੇਮ ਦੇ ਪਹਿਲਾਂ ਇਹ ਐਰਰਸ ਰਿਮੂਵ ਕਰੂਗਾ, ਐਰਰਸ ਰਿਮੂਵ ਕਰਨ ਤੋਂ ਬਾਅਦ ਫਿਰ ਉਸ ਫਰੇਮ ਨੂੰ ਅੱਗੇ ਫਾਰਵਰਡ ਕਰੂਗਾ। ਇਸ ਕਰਕੇ ਥੋੜ੍ਹਾ ਸਲੋ ਹੈਗਾ, ਥੋੜ੍ਹਾ ਸਲੋ ਤਰੀਕੇ ਨਾਲ ਇਹ ਡਾਟਾ ਨੂੰ ਫਾਰਵਰਡ ਕਰਦਾ। ਇਸ ਤੋਂ ਬਾਅਦ ਮੈਂ ਹੋਰ ਵੀ ਦੋ ਟਾਈਪਸ ਤੁਹਾਡੇ ਨਾਲ ਡਿਸਕਸ ਕਰ ਲੈਂਦੀ ਹੈਗੀ ਹਾਂ, ਜਿਹਦੇ ਵਿੱਚ ਹੈਗਾ ਫਰੈਗਮੈਂਟ ਫਰੀ ਸਵਿਚ। ਜਿਹੜਾ ਫਰੈਗਮੈਂਟ ਫਰੀ ਸਵਿਚ ਹੁੰਦਾ ਹੈਗਾ ਇਹਦੇ ਵਿੱਚ ਕੀ ਹੁੰਦਾ ਹੈ, ਇਹਦੇ ਵਿੱਚ ਪਹਿਲੀਆਂ 64 ਬਾਈਟਸ ਨੂੰ ਚੈੱਕ ਕੀਤਾ ਜਾਂਦਾ ਹੈਗਾ, ਯਾਨੀ ਕਿ ਹੈਡਰ ਸੈਸ਼ਨ ਨੂੰ ਚੈੱਕ ਕੀਤਾ ਜਾਂਦਾ ਹੈ। ਹੈਡਰ ਸੈਸ਼ਨ ਦੇ ਵਿੱਚ ਕਾਫੀ ਇਨਫੋਰਮੇਸ਼ਨ ਸਟੋਰ ਹੁੰਦੀ ਹੈਗੀ ਹੈ, ਮੈਕ ਐਡਰੈਸ ਸਟੋਰ ਹੁੰਦਾ ਹੈਗਾ। ਤਾਂ ਇਹਦੇ ਵਿੱਚ ਇਸ ਸਵਿਚ ਵਿੱਚ ਕੀ ਕੀਤਾ ਜਾਂਦਾ ਹੈਗਾ ਕਿ ਹੈਡਰ ਸੈਕਸ਼ਨ ਨੂੰ ਚੈੱਕ ਕਰ ਲਿਆ ਜਾਂਦਾ, ਯਾਨੀ ਕਿ ਸਟਾਰਟਿੰਗ ਵਾਲੀਆਂ 64 ਬਾਈਟਸ ਨੂੰ ਚੈੱਕ ਕਰ ਲਿਆ ਜਾਂਦਾ ਹੈਗਾ। ਅਤੇ ਇਹ ਜਿਹੜਾ ਸਵਿਚ ਹੈਗਾ, ਦਿਸ ਇਜ਼ ਅ ਕੰਬੀਨੇਸ਼ਨ ਆਫ ਯੂਅਰ ਕੱਟ ਥਰੋ ਸਵਿਚ ਐਂਡ ਸਟੋਰ ਐਂਡ ਫਾਰਵਰਡ ਸਵਿਚ। ਐਂਡ ਯੂਅਰ ਲਾਸਟ ਇਜ਼ ਅਡੈਪਟਿਵ ਸਵਿਚਿੰਗ। ਅਡੈਪਟਿਵ ਸਵਿਚਿੰਗ ਦੇ ਵਿੱਚ ਕੀ ਹੁੰਦਾ ਬੇਟੇ, ਜਿਸ ਤਰ੍ਹਾਂ ਦੇ ਇਨਵਾਇਰਮੈਂਟ ਦੇ ਵਿੱਚ ਤੁਸੀਂ ਕੰਮ ਕਰਨਾ ਚਾਹੁੰਦੇ ਹੋ, ਯਾਨੀ ਕਿ ਸਟੋਰ ਐਂਡ ਫਾਰਵਰਡ ਦੇ ਅਕੋਰਡਿੰਗ ਕੰਮ ਕਰਨਾ ਚਾਹੁੰਦੇ ਹੋ ਜਾਂ ਕੱਟ ਥਰੋ ਦੇ ਤਰ੍ਹਾਂ ਕੰਮ ਕਰਨਾ ਚਾਹੁੰਦੇ ਹੋ, ਤਾਂ ਇਹ ਮਤਲਬ ਹਰੇਕ ਤਰ੍ਹਾਂ ਦੇ ਇਨਵਾਇਰਮੈਂਟ ਦੇ ਅਕੋਰਡਿੰਗ ਕੰਮ ਕਰ ਲੈਂਦਾ ਹੈਗਾ।
मतलब ਇਹਦੇ ਵਿੱਚ ਤੁਸੀਂ ਕਿਸੇ ਵੀ ਸਵਿਚ ਦੀ ਤਰ੍ਹਾਂ ਕੰਮ ਕਰ ਸਕਦੇ ਹੈਗੇ ਹੋ, ਹਰ ਤਰ੍ਹਾਂ ਦੇ ਸਵਿਚ ਦੇ ਅਕੋਰਡਿੰਗ ਕੰਮ ਕਰ ਸਕਦਾ ਹੈਗਾ। ਦਿਸ ਇਜ਼ ਯੂਅਰ ਸਵਿਚ। ਐਂਡ ਨੈਕਸਟ ਇਜ਼ ਯੂਅਰ ਰਾਊਟਰ। ਰਾਊਟਰ ਦੇ ਨਾਮ ਤੋਂ ਹੀ ਦੇਖੋ ਤੁਹਾਨੂੰ ਪਤਾ ਲੱਗ ਰਿਹਾ ਹੈਗਾ, ਰਾਊਟਰ ਕਿਹਨੂੰ ਕਿਹਾ ਜਾਂਦਾ ਹੈਗਾ, ਜੋ ਰੂਟ ਪ੍ਰੋਵਾਈਡ ਕਰਦਾ ਹੈਗਾ। ਡੇਟਾ ਨੂੰ ਆਪਾਂ ਵਨ ਪਲੇਸ ਟੂ ਅਨਦਰ ਪਲੇਸ ਭੇਜਣਾ ਹੈਗਾ, ਉਸ ਡਾਟਾ ਨੂੰ ਵਨ ਪਲੇਸ ਟੂ ਅਨਦਰ ਪਲੇਸ ਭੇਜਣ ਦੇ ਲਈ ਕਿਹੜਾ ਰੂਟ ਫੋਲੋ ਕੀਤਾ ਜਾਏਗਾ, ਉਹ ਰੂਟ ਨੂੰ ਦੱਸਦਾ ਹੈਗਾ। ਰਾਊਟਰ ਰੂਟ ਪ੍ਰੋਵਾਈਡ ਕਰਦਾ ਹੈਗਾ। ਰਾਊਟਰ ਨੂੰ ਆਪਾਂ ਇੰਟਰਨੈਟਵਰਕਿੰਗ ਡਿਵਾਈਸ ਵੀ ਕਹਿ ਦਿੰਦੇ ਹੈਗੇ ਆ ਕਿ ਇੰਟਰਨੈਟਵਰਕਿੰਗ ਡਿਵਾਈਸ ਹੈ, ਕਿਉਂਕਿ ਇਹ ਵਾਈਡ ਏਰੀਆ ਨੈਟਵਰਕ ਵਿੱਚ ਯੂਜ਼ ਹੁੰਦਾ। ਆਪਾਂ ਲੈਨ ਦੇ ਵਿੱਚ ਵੀ ਇਸ ਨੂੰ ਯੂਜ਼ ਕਰ ਸਕਦੇ ਹੈਗੇ ਆ, ਬਟ ਜ਼ਿਆਦਾਤਰ ਇਹ ਕਿੱਥੇ ਯੂਜ਼ ਕੀਤਾ ਜਾਂਦਾ, ਜ਼ਿਆਦਾਤਰ ਇਹ ਵਾਈਡ ਏਰੀਆ ਨੈਟਵਰਕ ਦੇ ਵਿੱਚ ਹੀ ਯੂਜ਼ ਕੀਤਾ ਜਾਂਦਾ। ਅਤੇ ਰਾਊਟਰ ਦੇ ਉੱਤੇ ਸਾਰਾ ਨੈਟਵਰਕ ਜਿਹੜਾ ਹੈਗਾ ਉਹ ਬੇਸਡ ਹੁੰਦਾ ਹੈਗਾ, ਕਿਉਂਕਿ ਡਿਫਰੈਂਟ ਤਰ੍ਹਾਂ ਦੇ ਨੈਟਵਰਕਸ ਨੂੰ ਕਨੈਕਟ ਕਰਨ ਦਾ ਕੰਮ ਕਰਦਾ ਹੈਗਾ, ਨੈਟਵਰਕਸ ਦੇ ਵਿੱਚ ਕਨੈਕਸ਼ਨ ਐਸਟੈਬਲਿਸ਼ ਕਰਨ ਦਾ ਕੰਮ ਕਰਦਾ ਹੈਗਾ। ਅਤੇ ਜਿਹੜਾ ਰਾਊਟਰ ਹੈਗਾ ਇਹਨੂੰ ਆਪਾਂ ਜਦੋਂ ਸਿਸਟਮਸ ਨਾਲ ਕਨੈਕਟ ਕਰਦੇ ਹੈਗੇ ਆ ਤਾਂ ਵਿੱਚ ਆਪਾਂ ਕੋਈ ਡਿਵਾਈਸ ਵੀ ਯੂਜ਼ ਕਰ ਸਕਦੇ, ਜਿਵੇਂ ਕਿ ਤੁਸੀਂ ਸਵਿਚ ਕਹਿ ਸਕਦੇ ਹੋ, ਸਵਿਚ ਨਾਲ ਤੁਸੀਂ ਸਿਸਟਮਸ ਕਨੈਕਟ ਕਰ ਲਏ, ਅੱਗੋਂ ਉਸਨੂੰ ਰਾਊਟਰ ਨਾਲ ਕਨੈਕਟ ਕਰ ਦਿੱਤਾ। ਤਾਂ ਇਸ ਤਰ੍ਹਾਂ ਵੀ ਆਪਾਂ ਸਿਸਟਮਸ ਨੂੰ ਕਨੈਕਟ ਕਰਕੇ ਡਾਟਾ ਆਪਾਂ ਪਰਟੀਕੂਲਰ ਜਿਸ ਵੀ ਰੂਟ ਦੇ ਉੱਤੇ ਤੁਸੀਂ ਭੇਜਣਾ ਚਾਹੁੰਦੇ ਹੋ ਉਸ ਰੂਟ ਦੇ ਉੱਤੇ ਤੁਸੀਂ ਈਜ਼ੀਲੀ ਭੇਜ ਸਕਦੇ ਹੈਗੇ ਹੋ। ਅਤੇ ਰਾਊਟਰ ਜਿਹੜਾ ਹੈਗਾ ਇਹ ਡਾਟਾ ਨੂੰ ਪੈਕਟਸ ਦੀ ਫੋਰਮ ਦੇ ਵਿੱਚ ਅੱਗੇ ਫਾਰਵਰਡ ਕਰ ਦਿੰਦਾ ਹੈਗਾ। ਰਾਊਟਰ ਦੇ ਵਿੱਚ ਵੀ ਇੱਕ ਰੂਟਿੰਗ ਟੇਬਲ ਐਸਟੈਬਲਿਸ਼ ਕੀਤਾ ਜਾਂਦਾ ਹੈਗਾ, ਜਿਹਦੇ ਵਿੱਚ ਸਿਸਟਮਸ ਦਾ ਪੋਰਟ ਨੰਬਰ ਅਤੇ IP ਨੈਟਵਰਕ ਦੀ ID ਤੁਸੀਂ ਕਹਿ ਸਕਦੇ ਹੋ, ਜਿਵੇਂ ਕਿ ਸਿਸਟਮ ਦਾ ਪੋਰਟ ਨੰਬਰ ਅਤੇ ਨੈਟਵਰਕ ਦੀ ID ਤੁਹਾਡੀ ਜਿਹੜੀ ਹੈਗੀ ਆ ਸਟੋਰ ਹੁੰਦੀ ਹੈਗੀ ਹੈ। ਤਾਂ ਤੁਸੀਂ ਇਹ ਰਾਊਟਿੰਗ ਟੇਬਲ ਦੇ ਵਿੱਚ ਸਾਰਾ ਡਾਟਾ ਜਿਹੜਾ ਹੈਗਾ ਸਟੋਰ ਕਰ ਲੈਂਦਾ ਹੈਗਾ ਕਿ ਕਿਸ ਰੂਟ ਦੇ ਉੱਤੇ ਕਿਸ ID ਦੇ ਉੱਤੇ ਨੇ ਡਾਟਾ ਫਾਰਵਰਡ ਕਰਨਾ ਹੈਗਾ। ਜਿਸ ਵੀ ID ਦੇ ਉੱਤੇ ਡਾਟਾ ਫਾਰਵਰਡ ਕਰਨਾ ਹੁੰਦਾ ਹੈ ਉਸੇ ID ਦੇ ਉੱਤੇ ਡਾਟਾ ਨੂੰ ਫਾਰਵਰਡ ਕਰਦਾ ਹੈ, ਯਾਨੀ ਕਿ ਉਸੇ ID ਦੇ ਉੱਤੇ ਤੁਹਾਨੂੰ ਰੂਟ ਪ੍ਰੋਵਾਈਡ ਕਰਦਾ ਹੈਗਾ ਅਤੇ ਤੁਹਾਡਾ ਡਾਟਾ ਉੱਥੇ ਜਾ ਸਕਦਾ ਹੈਗਾ। ਮਤਲਬ ਤੁਹਾਡੇ ਡਾਟਾ ਨੂੰ ਰੂਟ ਪ੍ਰੋਵਾਈਡ ਕਰਨ ਦਾ ਇੱਕ ਤਰ੍ਹਾਂ ਦਾ ਕੰਮ ਕੌਣ ਕਰਦਾ ਹੈਗਾ, ਰਾਊਟਰ ਪ੍ਰੋਵਾਈਡ ਕਰਦਾ ਹੈਗਾ। ਹੁਣ ਜੇ ਆਪਾਂ ਇਸ ਤੋਂ ਅਗਲੇ ਡਿਵਾਈਸ ਦੀ ਗੱਲ ਕਰੀਏ ਤਾਂ ਨੈਕਸਟ ਡਿਵਾਈਸ ਇਜ਼ ਯੂਅਰ ਗੇਟਵੇ। ਹੁਣ ਜੇ ਆਪਾਂ ਗੇਟਵੇ ਦੀ ਗੱਲ ਕਰੀਏ ਤਾਂ ਇਹ ਕੀ ਕਰਦਾ ਹੈਗਾ, ਦੋ ਡਿਫਰੈਂਟ ਟਾਈਪ ਦੇ ਨੈਟਵਰਕਸ ਨੂੰ ਜਿਹੜੇ ਕਿ ਡਿਫਰੈਂਟ ਟਾਈਪ ਦੇ ਪ੍ਰੋਟੋਕੋਲਸ ਯੂਜ਼ ਕਰ ਰਹੇ ਹੁੰਦੇ ਨੇ ਉਹਨਾਂ ਨੂੰ ਕਨੈਕਟ ਕਰਨ ਦਾ ਕੰਮ ਕਰਦਾ ਹੈਗਾ। ਦੋ ਡਿਫਰੈਂਟ ਟਾਈਪ ਦੇ ਨੈਟਵਰਕਸ ਨੂੰ ਜੋ ਡਿਫਰੈਂਟ ਟਾਈਪ ਦੇ ਪ੍ਰੋਟੋਕੋਲ ਯੂਜ਼ ਕਰ ਰਹੇ ਹੁੰਦੇ ਹੈਗੇ ਨੇ ਉਹਨਾਂ ਨੂੰ ਕਨੈਕਟ ਕਰਨ ਦਾ ਕੰਮ ਕੌਣ ਕਰਦਾ ਹੈਗਾ, ਗੇਟਵੇ ਕਰਦਾ ਹੈਗਾ। ਇਹ ਵੀ ਇੱਕ ਇੰਟਰਨੈਟਵਰਕਿੰਗ ਡਿਵਾਈਸ ਹੈਗਾ। ਗੇਟਵੇ ਜਿਹੜਾ ਹੈਗਾ ਇਹ ਕੀ ਕਰਦਾ ਹੈਗਾ ਕਿ ਜਿਵੇਂ ਇੱਕ ਇਨਵਾਇਰਮੈਂਟ ਤੋਂ ਆਪਾਂ ਦੂਜੀ ਇਨਵਾਇਰਮੈਂਟ ਦੇ ਵਿੱਚ ਡਾਟਾ ਅਸੀਂ ਸੈਂਡ ਕਰਨਾ ਹੈਗਾ ਤਾਂ ਪਹਿਲਾਂ ਇਹ ਜਿਹੜੀ ਪਹਿਲੀ ਇਨਵਾਇਰਮੈਂਟ ਹੁੰਦੀ ਹੈ ਉਹਦੇ ਡਾਟਾ ਨੂੰ ਅੰਡਰਸਟੈਂਡ ਕਰਦਾ ਹੈਗਾ ਅਤੇ ਉਹਨੂੰ ਦੂਜੀ ਇਨਵਾਇਰਮੈਂਟ ਦੇ ਅਕੋਰਡਿੰਗ ਅੱਗੇ ਫਾਰਵਰਡ ਕਰਦਾ ਹੈਗਾ। ਜਦੋਂ ਆਪਾਂ ਕਿਸੇ ਵੀ ਤਰ੍ਹਾਂ ਦੇ ਪ੍ਰੋਟੋਕੋਲਸ ਦੇ ਥਰੂ ਕਮਿਊਨੀਕੇਸ਼ਨ ਕਰਨੀ ਹੁੰਦੀ ਹੈਗੀ ਹੈ, ਅਲੱਗ-ਅਲੱਗ ਤਰ੍ਹਾਂ ਦੇ ਪ੍ਰੋਟੋਕੋਲਸ ਦੇ ਥਰੂ ਕਮਿਊਨੀਕੇਸ਼ਨ ਕਰਨੀ ਹੁੰਦੀ ਹੈ ਤਾਂ ਇਹ ਕਮਿਊਨੀਕੇਸ਼ਨ ਐਸਟੈਬਲਿਸ਼ ਕਰਨ ਦੇ ਵਿੱਚ ਕੀ ਕਰਦਾ ਹੈਗਾ, ਸਾਡੀ ਹੈਲਪ ਕਰਦਾ ਹੈਗਾ। ਮਤਲਬ ਟੂ ਡਿਫਰੈਂਟ ਟਾਈਪ ਦੇ ਨੈਟਵਰਕਸ ਨੂੰ ਜਿਨ੍ਹਾਂ ਦੇ ਪ੍ਰੋਟੋਕੋਲ ਸੇਮ ਨਹੀਂ ਹੁੰਦੇ, ਪ੍ਰੋਟੋਕੋਲ ਮਤਲਬ ਰੂਲ ਐਂਡ ਰੈਗੂਲੇਸ਼ਨਸ ਸੇਮ ਨਹੀਂ ਹੁੰਦੇ, ਉਹਨਾਂ ਨੂੰ ਕਨੈਕਟ ਕਰਨ ਦਾ ਕੰਮ ਕੌਣ ਕਰਦਾ ਹੈਗਾ, ਗੇਟਵੇ ਕਰਦਾ ਹੈਗਾ। ਗੇਟਵੇ ਇੱਕ ਤਰ੍ਹਾਂ ਦਾ ਤੁਸੀਂ ਕਹਿ ਸਕਦੇ ਹੋ ਐਂਟਰੀ ਪੁਆਇੰਟ ਹੈਗਾ ਜਾਂ ਐਗਜ਼ਿਟ ਪੁਆਇੰਟ ਹੈਗਾ ਕਿਸੇ ਵੀ ਨੈਟਵਰਕ ਦੇ ਵਿੱਚ। ਸੋ ਥੈਂਕਸ ਫॉर ਵਾਚਿੰਗ ਦਿਸ ਵੀਡੀਓ।